ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮੀਡੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਬੜੀ ਸੋਹਣੀ ਧੁੱਪ ਨਿਕਲੀ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਚੰਗੀ ਧੁੱਪ ਨਿਕਲ ਰਹੀ ਹੈ, ਜਿਹਦੇ ਕਰਕੇ ਪਾਲਾ ਪਹਿਲਾਂ ਦੇ ਮੁਕਾਬਲਤਨ ਥੋੜ੍ਹਾ ਜਿਹਾ ਘਟਿਆ। ਰਾਤ ਦੇ ਵੇਲੇ ਬੇਸ਼ੱਕ ਧੁੰਦ ਤੇ ਠੰਡ ਹੁੰਦੀ ਹੈ, ਪਰ ਥੋੜ੍ਹੀ ਜਿਹੀ ਘਟੀ ਮਹਿਸੂਸ ਹੁੰਦੀ ਹੈ। ਵੈਸੇ ਵੀ ਹੁਣ ਜਦੋਂ ਬਸੰਤ ਦੀ ਗੱਲ ਆਪਾਂ ਕਰਦੇ ਹਾਂ ਤਾਂ ਆਈ ਬਸੰਤ ਤੇ ਪਾਲਾ ਉਡੰਤ ਕਹਿੰਦੇ ਆ, ਤੇ ਬਿਲਕੁਲ ਇਸੇ ਤਰੀਕੇ ਦਾ ਹੀ ਤਾਪਮਾਨ ਜਿਵੇਂ ਪੰਜਾਬ ਦੇ ਵਿੱਚ ਹੈ ਉਵੇਂ ਦਿੱਲੀ ਦੇ ਵਿੱਚ ਵੀ ਨੋਟ ਕੀਤਾ ਗਿਆ, ਤੇ ਬਿਲਕੁਲ ਇਸੇ ਤਰੀਕੇ ਨਾਲ ਹਰਿਆਣੇ ਦੇ ਵਿੱਚ ਵੀ ਦਿਨ ਦੇ ਵੇਲੇ ਧੁੱਪ ਨਿਕਲੀ ਹੈ ਤੇ ਰਾਤ ਨੂੰ ਪਾਲਾ ਥੋੜ੍ਹਾ ਜਿਹਾ ਘਟਿਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦਾ, ਦਿੱਲੀ ਦਾ ਤੇ ਰਾਜਸਥਾਨ ਦਾ ਜਾਂ ਹਰਿਆਣੇ ਦਾ ਤਾਪਮਾਨ ਜਿਹੜਾ ਉਹ ਸਥਿਰ ਰਹਿਣਾ, ਯਾਨੀ ਕਿ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲਦੀ ਰਹਿਣੀ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਬਾਰੇ ਜਾਣਦੇ ਹਾਂ ਤਾਂ ਉਹ ਹੈ ਕਿਸਾਨੀ ਅੰਦੋਲਨ ਦੇ ਨਾਲ ਸੰਬੰਧਿਤ। ਜਿਸ ਤਰੀਕੇ ਦੇ ਨਾਲ ਲੰਘੇ ਕੱਲ੍ਹ ਕੇਂਦਰ ਦੇ ਉਹਨਾਂ ਹੀ ਮੰਤਰੀਆਂ ਨਾਲ ਫਿਰ ਮੀਟਿੰਗ ਹੋਈ ਹੈ ਕਿਸਾਨਾਂ ਦੀ, ਤੇ ਉਹ ਮੀਟਿੰਗ ਫਿਰ ਬੇਸਿੱਟਾ ਰਹੀ ਹੈ। ਇਹਦੇ ਬਾਬਤ ਬਹੁਤ ਸਾਰੇ ਸਵਾਲ ਹੁਣ ਉੱਠਣੇ ਸ਼ੁਰੂ ਹੋ ਗਏ ਆ। 10ਵੇਂ ਗੇੜ ਦੀ ਇਹ ਮੀਟਿੰਗ ਸੀ। ਇਸ ਮੀਟਿੰਗ ਦੇ ਵਿੱਚ ਕੇਂਦਰ ਦੇ ਮੰਤਰੀਆਂ ਨੇ ਉਹੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਕਿ ਇਹ खेती कानून तो बहुत अच्छे हैं, ये तो आपकी आय दुगनी करेंगे, ये तो खेती कानून पहले बन जाने चाहिए थे, ये तो ऐसे हैं, ये तो वैसे हैं। पर किसान आगुआं ने दो टोके गल कही कि खेती कानून रद्द करने हैं ਜਾਂ ਫਿਰ नहीं। ਜੇਕਰ नहीं रद्द करने ਤਾਂ ਫਿਰ ਤੁਸੀਂ ਆਪਣਾ ਵੀ ਵਕਤ ਜ਼ਾਇਆ ਨਾ ਕਰੋ ਤੇ ਸਾਡਾ ਵੀ ਵਕਤ ਜ਼ਾਇਆ ਨਾ ਕਰੋ। ਤੇ ਉਸ ਤੋਂ ਬਾਅਦ ਕੇਂਦਰ ਦੇ ਮੰਤਰੀਆਂ ਦੀ ਸੁਰ ਆ ਜਿਹੜੀ ਉਹ ਥੋੜੀ ਜਿਹੀ ਠੰਡੀ ਪੈ ਗਈ, ਉਹ ਸੁਰ ਨਰਮ ਹੋ ਗਈ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਜਿਹੜੀਆਂ ਖਰੀਆਂ ਲੰਘੇ ਕੱਲ੍ਹ ਦੀ ਮੀਟਿੰਗ ਦੇ ਵਿੱਚ ਕੇਂਦਰ ਦੇ ਮੰਤਰੀਆਂ ਨੂੰ ਸੁਣਾਈਆਂ, ਉਹ ਵੀ ਬਾਕਮਾਲ ਸੀ। ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਗੱਲ ਕਹੀ ਵੀ ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਅੰਦੋਲਨਕਾਰੀਆਂ ਨੂੰ ਅੰਦੋਲਨ ਸਮਾਪਤ ਕਰਨਾ ਚਾਹੀਦਾ, ਜਦੋਂ ਸਾਡੇ ਨਾਲ ਡਾਇਲੋਗ ਚੱਲ ਰਿਹਾ, ਜਦੋਂ ਸੰਵਾਦ ਚੱਲ ਰਿਹਾ, ਇਸ ਕਰਕੇ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਬੀਬੀਆਂ ਨੂੰ ਵਾਪਸ ਚਲੇ ਜਾਣਾ ਚਾਹੀਦਾ। ਇੱਕ ਪਾਸੇ ਤੁਸੀਂ ਧਰਲੇ ਕਰਦੇ ਆ ਜਾਂ ਤੁਸੀਂ ਕਹਿੰਦੇ ਆ ਵੀ ਅਸੀਂ ਤੁਹਾਡੇ ਨਾਲ ਖੜੇ ਆ, ਦੂਜੇ ਪਾਸੇ ਤੁਸੀਂ NIA ਦੇ ਵੱਲੋਂ ਨੋਟਿਸ ਭਿਜਵਾਏ ਜਾ ਰਹੇ ਆ। ਇਹਦੇ ਪਿੱਛੇ ਗੱਲ ਕੀ ਹੈ? ਤੁਸੀਂ ਜਾਣਬੁੱਝ ਕੇ ਸਾਡੇ ਉੱਤੇ ਦਬਾਅ ਬਣਾਉਣਾ ਚਾਹੁੰਦੇ ਹੋ, ਤੁਸੀਂ ਜਾਣਬੁੱਝ ਕੇ ਸੰਘਰਸ਼ ਨੂੰ ਤਾਰ-ਪੀੜੋ ਕਰਨਾ ਚਾਹੁੰਦੇ ਹੋ, ਤੁਸੀਂ ਹੌਸਲਾ ਪਸਤ ਕਰਨਾ ਚਾਹੁੰਦੇ ਆ। ਤਾਂ ਨਰਿੰਦਰ ਸਿੰਘ तोमर ने ये गल कही है कि जिन लोगों के नाम आपको NI की सूची में गलत लगते हैं उनकी लिस्ट हमें दे दीजिए, हम इस पर विचार कर लेंगे। मतलब ये है भी ਜਿਹੜੇ ਲੋਕ ਤੁਹਾਨੂੰ ਬੇਕਸੂਰ ਲੱਗਦੇ ਆ, ਜਿਨ੍ਹਾਂ ਨੂੰ ਗਲਤ ਨੋਟਿਸ ਆਏ ਆ, ਕਹਿੰਦੇ ਵੀ ਉਹਨਾਂ ਦੀ ਸੂਚੀ ਸਾਨੂੰ ਦੇ ਦਿਓ, ਅਸੀਂ ਇਹਦੇ ਉੱਤੇ ਵਿਚਾਰ ਕਰ ਲਾਂਗੇ। ਗੱਲ ਇੱਕ। ਫਿਰ ਇਹ ਗੱਲ ਕਹੀ ਗਈ ਆ ਕਿਸਾਨ ਆਗੂਆਂ ਦੇ ਵੱਲੋਂ ਵੀ ਪਿਛਲੇ ਦਿਨੀ ਸਿੰਘੂ ਬਾਰਡਰ ਤੋਂ ਕੁਝ ਕਿਸਾਨ ਆ ਜਿਹੜੇ ਉਹ ਸ਼ਿਮਲੇ ਦੇ ਵੱਲ ਗਏ ਸੀਗੇ, ਹਿਮਾਚਲ ਪ੍ਰਦੇਸ਼ ਦੇ ਵੱਲ, ਕਿ ਆਓ ਆਪਾਂ ਲਾਮਬੰਦੀ ਕਰੀਏ 26 ਤਰੀਕ ਦੇ ਲਈ। ਪੈਦਲ ਉਹ ਚੱਲ ਕੇ ਗਏ ਆ, ਪਰ ਉੱਥੋਂ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦਾ ਕਸੂਰ ਕੀ ਸੀ? ਫਿਰ तोमर ਹੋਰੀ ਕਹਿੰਦੇ ਕਿਸੇ ਵੀ ਬੇਕਸੂਰ ਕੇ ਸਾਥ ਅਨਿਆਂ ਨਹੀਂ ਹੋਗਾ। ਮਤਲਬ ਇਹ ਆ ਵੀ ਇੱਥੇ ਵੀ ਉਹਨਾਂ ਨੂੰ ਝੁਕਣਾ ਪੈ ਗਿਆ। ਫਿਰ ਕੇਂਦਰ ਦੇ ਮੰਤਰੀ ਕਹਿੰਦੇ ਜੀ ਆਜੋ ਆਪਾਂ MSP ਦੇ ਉੱਤੇ ਗੱਲ ਕਰ ਲੈਂਦੇ ਆ। ਤਾਂ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ MSP ਦੀ ਗੱਲ ਫੇਰ ਕਰਾਂਗੇ, ਪਹਿਲਾਂ ਖੇਤੀ ਕਾਨੂੰਨ ਰੱਦ ਕਰ ਦਿਓ। ਉਸ ਤੋਂ ਬਾਅਦ ਜਦੋਂ ਚਾਰੇ ਪਾਸਿਓਂ ਘਿਰ ਜੇ ਗਏ ਕੇਂਦਰ ਦੇ ਮੰਤਰੀ, ਉਹ ਕਹਿੰਦੇ ਜੀ ਕਿ 1 ਸਾਲ ਦੇ ਲਈ ਆਪਾਂ ਆਰਜ਼ੀ ਤੌਰ ਦੇ ਉੱਤੇ, ਅਸਥਾਈ ਤੌਰ ਦੇ ਉੱਤੇ ਕਾਨੂੰਨਾਂ ਦੇ ਉੱਤੇ ਰੋਕ ਲਾ ਦਿੰਦੇ ਆ, ਰੋਕ ਲੈਂਦੇ ਆ। ਕਿਸਾਨ ਕਹਿੰਦੇ 1 ਸਾਲ ਦੇ ਲਈ ਨਹੀਂ, ਖੇਤੀ ਕਾਨੂੰਨ ਮੁਕੰਮਲ ਰੱਦ ਕਰੋ। ਉਸ ਤੋਂ ਬਾਅਦ ਕੇਂਦਰ ਦੇ ਮੰਤਰੀ ਕਹਿੰਦੇ ਜੀ ਕਿ 2 ਸਾਲ ਦੇ ਲਈ ਆਪਾਂ ਨਾ ਇਹਨਾਂ ਕਾਨੂੰਨਾਂ ਦੇ ਉੱਤੇ ਰੋਕ ਲਾ ਦਿੰਦੇ ਆ। ਕਿਸਾਨਾਂ ਨੇ ਉਸ ਤੋਂ ਬਾਅਦ ਮੀਟਿੰਗ ਕੀਤੀ ਆਪਸ ਦੇ ਵਿੱਚ ਪਰੇ ਜਾ ਕੇ, ਤੇ ਫਿਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਇਸ ਗੱਲ ਦੇ ਉੱਤੇ ਵੀ ਸਹਿਮਤ ਨਹੀਂ। ਕੇਂਦਰ ਦੇ ਮੰਤਰੀਆਂ ਨੇ ਇਹ ਗੱਲ ਕਹੀ ਕਿ ਆਪਾਂ ਇੱਕ ਕਮੇਟੀ ਬਣਾ ਲੈਂਦੇ ਆ, ਜਿਹਦੇ ਵਿੱਚ ਤੁਸੀਂ ਵੀ ਹੋਵੋ, ਜਿਹਦੇ ਵਿੱਚ ਅਸੀਂ ਵੀ ਹੋਈਏ, ਜਿਹਦੇ ਵਿੱਚ ਖੇਤੀ ਮਾਹਰ ਵੀ ਹੋਣ। ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਕਮੇਟੀ ਵੀ ਮਨਜ਼ੂਰ ਨਹੀਂ। ਤੇ ਕਹਿਣ ਦਾ ਭਾਵ ਇਹ ਹੈ ਕਿ ਹੁਣ 22 ਤਰੀਕ ਦੇ ਉੱਤੇ ਮੀਟਿੰਗ ਪਾ ਦਿੱਤੀ ਗਈ ਹੈ। 22 ਤਰੀਕ ਨੂੰ ਕੀ ਸਿੱਟਾ ਨਿਕਲਦਾ ਕੁਝ ਕਹਿ ਨਹੀਂ ਸਕਦੇ, ਪਰ ਕੇਂਦਰ ਦੀ ਸਰਕਾਰ ਦੀ ਪੁਰਜ਼ੋਰ ਕੋਸ਼ਿਸ਼ ਇਹ ਹੈ ਕਿ 26 ਜਨਵਰੀ ਦੀ ਯਾਨੀ ਕਿ ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾਂ ਇਸ ਮਸਲੇ ਦਾ ਹੱਲ ਨਿਕਲ ਆਵੇ। ਉਹਨਾਂ ਦੀ ਇੱਛਾ ਇਹ ਹੈ ਕਿ ਕਿਸਾਨ ਆ ਜਿਹੜੇ ਉਹ ਟਰੈਕਟਰ ਲੈ ਕੇ ਦਿੱਲੀ ਦੇ ਵਿੱਚ ਨਾ ਵੜਨ, ਕਿਉਂਕਿ ਜੇਕਰ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਦਿੱਲੀ ਦੇ ਵਿੱਚ ਵੜ ਗਏ, ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਦੇ ਪੱਲੇ ਫੱਕਾ ਨਹੀਂ ਰਹਿਣਾ। ਤੇ ਮੇਰੀ ਇੱਕ ਹੋਰ ਵੀ ਸੋਚ ਇਹ ਕਹਿੰਦੀ ਹੈ, ਮੇਰਾ ਨਿੱਜੀ ਤੌਰ ਦੇ ਉੱਤੇ ਖਿਆਲ ਆ, ਜ਼ਰੂਰੀ ਨਹੀਂ ਤੁਸੀਂ ਸਹਿਮਤ ਹੋਵੋ, ਕਿ ਜੇ ਤਾਂ 26 ਤਰੀਕ ਤੱਕ ਇਸ ਮਸਲੇ ਦਾ ਹੱਲ ਨਿਕਲਿਆ ਆ ਤਾਂ ਠੀਕ ਹੈ, ਨਹੀਂ ਤਾਂ ਇਹ ਅੰਦੋਲਨ ਬਹੁਤ ਵੱਡੇ ਪੱਧਰ ਦੇ ਉੱਤੇ ਲੰਮੇ ਸਮੇਂ ਲਈ ਚੱਲਣਾ। ਕਿਉਂਕਿ 26 ਤਰੀਕ ਦੇ ਮੱਦੇਨਜ਼ਰ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਕੁਝ ਕੁ ਗੱਲਾਂ ਮੰਨਣ ਦੇ ਲਈ ਰਾਜ਼ੀ ਹੈ। ਉਸ ਤੋਂ ਬਾਅਦ ਉਹਨਾਂ ਨੇ ਸ਼ਾਇਦ ਮੰਨਣੀਆਂ ਨਹੀਂ, ਮੈਨੂੰ ਇਹ ਨਿੱਜੀ ਤੌਰ ਤੇ ਜਾਪਦਾ, ਕਿਉਂਕਿ ਉਹਨਾਂ ਨੂੰ ਡਰ ਇਹ ਹੈਗਾ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਡੀ ਬਦਨਾਮੀ ਬਹੁਤ ਹੋਊਗੀ ਜੇਕਰ ਟਰੈਕਟਰ ਮਾਰਚ ਵਧੀਆ ਤਰੀਕੇ ਨਾਲ ਨਿਕਲ ਗਿਆ, ਜੇਕਰ ਟਰੈਕਟਰ ਮਾਰਚ ਦੇ ਵਿੱਚ ਲੱਖਾਂ ਟਰੈਕਟਰ ਸ਼ਾਮਲ ਹੋ ਗਏ। ਇਸ ਦਬਾਅ ਦੇ ਕਰਕੇ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ 22 ਤਰੀਕ ਨੂੰ ਅਸੀਂ ਕੋਈ ਨਾ ਕੋਈ ਹੱਲ ਕੱਢ ਲਈਏ। ਪਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਹ ਕਹਿਣਾ ਵੀ ਕੇਂਦਰ ਦੀ ਸਰਕਾਰ ਇੱਕ ਨਵਾਂ ਟ੍ਰਿਕ ਚੱਲ ਰਹੀ ਹੈ। ਉਹਨਾਂ ਦੇ ਵੱਲੋਂ ਇੱਕ
ਨਵਾਂ ਫਾਰਮੂਲਾ ਲਿਆਂਦਾ ਜਾ ਰਿਹਾ ਵੀ ਕਿਸਾਨਾਂ ਨੂੰ ਅਸੀਂ ਇੱਕ ਵਾਰ ਤੋੜ ਦਈਏ 2 ਸਾਲ ਦੇ ਲਈ ਰੋਕ ਲਾਈ ਕਹਿ ਕੇ 2 ਸਾਲ ਬਾਅਦ ਅਸੀਂ ਫੇਰ ਕਰ ਦਿਆਂਗੇ ਇਹੀ ਕੁਝ, ਤੇ ਨਾ ਇੰਨੇ ਵੱਡੇ ਪੱਧਰ ਦੇ ਉੱਤੇ ਕਿਸਾਨ ਇਕੱਠੇ ਹੋਣ ਤੇ ਨਾ ਗੱਲਬਾਤ ਬਣੇ। ਇੱਕ ਵਾਰ ਇਹਨਾਂ ਨੂੰ ਉਠਾਈਏ ਤਾਂ ਸਹੀ, ਬਾਅਦ ਦੇ ਵਿੱਚ ਵੇਖਾਂਗੇ। ਹੁਣ 22 ਤਰੀਕ ਨੂੰ ਸਿੱਟਾ ਕੀ ਨਿਕਲਦਾ ਜਾਣੀ ਕਿ ਭਲਕੇ ਇਹ ਵਕਤ ਦੱਸੂਗਾ, ਪਰ ਪਹਿਲਾਂ ਅੱਜ ਦੀ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨ ਅੰਦੋਲਨ ਲਗਾਤਾਰ ਅੱਜ 57ਵੇਂ ਦਿਨ ਦੇ ਵਿੱਚ ਦਿੱਲੀ ਦੀਆਂ ਹੱਦਾਂ ਦੇ ਉੱਤੇ ਜਾਰੀ ਹੈ। ਇਸ ਦੌਰਾਨ ਸਰਕਾਰ ਤੇ 40 ਦੇ ਕਰੀਬ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਦੀ 10ਵੇਂ ਗੇੜ ਦੀ ਮੀਟਿੰਗ ਹੋਈ। ਇਹ ਮੁਲਾਕਾਤ ਵੀ ਬੇਸਿੱਟਾ ਰਹੀ ਹੈ। ਹੁਣ 22 ਜਨਵਰੀ ਨੂੰ ਦੁਪਹਿਰੇ 12 ਵਜੇ ਕਿਸਾਨਾਂ ਤੇ ਸਰਕਾਰ ਦੇ ਦਰਮਿਆਨ ਮੀਟਿੰਗ ਹੋਏਗੀ। ਸੂਤਰਾਂ ਦੇ ਮੁਤਾਬਕ ਮੀਟਿੰਗ ਦੇ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਨਵੇਂ ਖੇਤੀਬਾੜੀ ਕਾਨੂੰਨ ਦੇ ਉੱਤੇ 2 ਸਾਲ ਦੇ ਲਈ ਪਾਬੰਦੀ ਲਾ ਕੇ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਕਿਸਾਨ ਲੀਡਰਾਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਮੀਟਿੰਗ ਦੇ ਵਿੱਚ MSP ਦੇ ਉੱਤੇ ਵੀ ਵਿਚਾਰ ਵਟਾਂਦਰੇ ਕੀਤੇ ਗਏ ਨੇ। ਕਿਸਾਨ ਆਗੂ ਹਨਨ ਮੁੱਲਾ ਨੇ ਕਿਹਾ ਕਿ ਅਸੀਂ ਪ੍ਰਸਤਾਵ ਦੇ ਉੱਤੇ ਵਿਚਾਰ ਕਰਾਂਗੇ ਤੇ ਸਰਕਾਰ ਨੂੰ ਉੱਤਰ ਦਿਆਂਗੇ। ਹਨਨ ਮੁੱਲਾ ਨੇ ਕਿਹਾ ਕਿ ਸਰਕਾਰ ਨੇ ਕਿਹਾ ਕਿ ਅਸੀਂ ਅਦਾਲਤ ਦੇ ਵਿੱਚ ਹਲਫੀਆ ਬਿਆਨ ਦੇ ਕੇ 1.5 ਤੋਂ 2 ਸਾਲ ਦੇ ਲਈ ਕਾਨੂੰਨ ਨੂੰ ਰੋਕ ਸਕਦੇ ਹਾਂ। ਕਮੇਟੀ ਦੇ ਉੱਤੇ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਉਸ ਰਿਪੋਰਟ ਨੂੰ ਲਾਗੂ ਕਰਾਂਗੇ ਜੋ ਕਮੇਟੀ ਦੇਵੇਗੀ। ਅਸੀਂ 500 ਕਿਸਾਨ ਸੰਗਠਨ ਹਾਂ। ਕੱਲ੍ਹ ਅਸੀਂ ਸਾਰੇ ਵਿਚਾਰ ਕਰਾਂਗੇ ਤੇ 22 ਜਨਵਰੀ ਨੂੰ ਆਪਣਾ ਉੱਤਰ ਦੇਵਾਂਗੇ। ਸੂਤਰਾਂ ਦੇ ਮੁਤਾਬਕ ਖੇਤੀਬਾੜੀ ਮੰਤਰੀ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਕਿਸਾਨ ਕਮੇਟੀ ਬਣਾ ਕੇ ਨੁਮਾਇੰਦਗੀ ਵਿਚਾਰ ਵਟਾਂਦਰੇ ਲਈ ਤਿਆਰ ਨੇ ਤਾਂ ਸਰਕਾਰ ਅਦਾਲਤ ਦੇ ਵਿੱਚ ਹਲਫਨਾਮਾ ਦੇਣ ਦੇ ਲਈ ਤਿਆਰ ਹੋਵੇਗੀ। ਕਾਨੂੰਨ 2 ਸਾਲ ਦੇ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਪਿਛਲੀ ਵਾਰਤਾ ਦੇ ਵਿੱਚ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੈਰ ਰਸਮੀ ਸਮੂਹ ਬਣਾਉਣ ਤੇ ਆਪਣੀਆਂ ਮੰਗਾਂ ਬਾਰੇ ਸਰਕਾਰ ਨੂੰ ਇੱਕ ਖਰੜਾ ਜਮ੍ਹਾਂ ਕਰਨ ਵਾਸਤੇ ਕਿਹਾ ਸੀ। ਹਾਲਾਂਕਿ ਕਿਸਾਨ ਜਥੇਬੰਦੀਆਂ ਤਿੰਨੋਂ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ ਦੇ ਉੱਤੇ ਲਗਾਤਾਰ ਅੜੀਆਂ ਹੋਈਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਲੰਘੇ ਕੱਲ੍ਹ ਭਖਦੀ ਮੀਟਿੰਗ ਹੋਈ ਹੈ, ਕਿਉਂਕਿ ਇਸ ਤੋਂ ਪਹਿਲੀਆਂ ਮੀਟਿੰਗਾਂ ਦੇ ਵਿੱਚ ਕੇਂਦਰ ਦੀ ਸਰਕਾਰ ਦੀ ਸੁਰ ਇਹੋ ਜਿਹੀ ਦੇਖਣ ਨੂੰ ਨਹੀਂ ਮਿਲੀ ਜਿਹੜੀ ਕਿ ਲੰਘੇ ਕੱਲ੍ਹ ਦੀ ਮੀਟਿੰਗ ਦੇ ਵਿੱਚ ਦੇਖਣ ਤੇ ਸੁਣਨ ਨੂੰ ਮਿਲੀ ਹੈ। ਉਸ ਤੋਂ ਬਾਅਦ ਅੰਦਾਜ਼ਾ ਇਸ ਗੱਲ ਦਾ ਵੱਜਦਾ ਹੈ ਵੀ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਇਸ ਗੱਲ ਦਾ ਕਿ ਕਿਤੇ 26 ਜਨਵਰੀ ਨੂੰ ਕਿਸਾਨ ਵੱਡੇ ਪੱਧਰ ਦੇ ਉੱਤੇ ਨਾ ਟਰੈਕਟਰ ਪਰੇਡ ਕਰ ਦੇਣ, ਜਿਹਦੇ ਕਰਕੇ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਇਹ ਗੱਲ ਜਾਵੇ ਵੀ ਕਿਸਾਨਾਂ ਨੇ ਦਿੱਲੀ ਦੀ ਹਿੱਕ ਦੇ ਉੱਤੇ ਬੂਟਾ ਲਾਤਾ, ਕੇਂਦਰ ਦੀ ਸਰਕਾਰ ਤੋਂ ਚੰਗੀ ਪਰੇਡ ਕਰ ਦਿੱਤੀ ਹੈ। ਇੰਨੇ ਵੱਡੇ ਪੱਧਰ ਦੇ ਉੱਤੇ ਏਕਾ ਦਿਖਾਇਆ ਵੀ ਹੁਣ ਕੇਂਦਰ ਦੀ ਸਰਕਾਰ ਨੂੰ ਗਸ਼ੀਆਂ ਪੈਂਦੀਆਂ। ਉਹ ਚਾਹੁੰਦੇ ਆ ਕੇਂਦਰ ਦੇ ਮੰਤਰੀ ਵੀ ਇਹੋ ਜਿਹਾ ਪ੍ਰਭਾਵ ਨਾ ਜਾਵੇ, ਇਹੋ ਜਿਹੀ ਸੂਚਨਾ ਦੁਨੀਆ ਤੱਕ ਨਾ ਪਹੁੰਚੇ। ਪਰ ਕਿਸਾਨ ਵੀ ਇਹ ਗੱਲ ਜਾਣਦੇ ਆ ਵੀ ਇਸ ਵਕਤ ਮਜਬੂਰੀ ਦੇ ਵਿੱਚ ਕੇਂਦਰ ਦੀ ਸਰਕਾਰ ਸਾਡੀਆਂ ਕੁਝ ਕੁ ਮੰਗਾਂ ਮੰਨਦੀ ਹੈ, ਅੱਧੀਆਂ ਅਧੂਰੀਆਂ, ਕਿਉਂਕਿ ਜਿਹੜਾ ਕਾਨੂੰਨ ਉਹਨਾਂ ਦੇ ਵੱਲੋਂ ਪੱਕੇ ਤੌਰ ਦੇ ਉੱਤੇ ਰੱਦ ਕੀਤਾ ਜਾਣਾ ਚਾਹੀਦਾ ਹੁਣ ਕਹਿੰਦੇ ਵੀ ਆਪਾਂ 2 ਸਾਲ ਦੇ ਲਈ ਰੱਦ ਕਰ ਦਿੰਦੇ ਹਾਂ, ਆਰਜ਼ੀ ਤੌਰ ਦੇ ਉੱਤੇ ਰੱਦ ਕਰ ਦਿੰਦੇ ਹਾਂ, ਅਦਾਲਤ ਦੇ ਵਿੱਚ ਅਸੀਂ ਹਲਫੀਆ ਬਿਆਨ ਲਿਖ ਕੇ ਦੇ ਦਿੰਦੇ ਹਾਂ। ਮਤਲਬ ਇਹ ਆ ਵੀ ਜਾਂ ਤਾਂ ਇਹਨੂੰ ਆਪਾਂ ਟਰੈਕ ਦੇ ਰੂਪ ਦੇ ਵਿੱਚ ਮੰਨ ਲਈਏ ਤੇ ਜਾਂ ਫਿਰ ਇਹ ਹੋ ਸਕਦਾ ਵੀ ਜਦੋਂ ਕਮੇਟੀ ਬਣ ਗਈ, ਕਿਉਂਕਿ ਜੇਕਰ ਕਿਸਾਨ ਆਗੂ ਇਹ ਗੱਲ ਕਹਿੰਦੇ ਵੀ ਅਸੀਂ ਕਮੇਟੀ ਨੂੰ ਤਿਆਰ ਹਾਂ, ਉਸ ਕਮੇਟੀ ਦੇ ਵਿੱਚ ਕੁਝ ਹੋਰ ਕਿਸਾਨ ਮਾਹਰ ਵੀ ਹੋਣਗੇ, ਖੇਤੀਬਾੜੀ ਦੇ ਮਾਹਰ, ਉਹਦੇ ਵਿੱਚ ਕੇਂਦਰ ਦੇ ਕੁਝ ਮੰਤਰੀ ਜਾਂ ਅਧਿਕਾਰੀ ਵੀ ਹੋਣਗੇ। ਇਹ ਜਿਹੜੀ ਕਮੇਟੀ ਆ ਉਹ ਕਿੰਨੀਆਂ ਕਮੇਟੀਆਂ ਕਰੂਗੀ ਤੇ ਮੀਟਿੰਗਾਂ ਦਾ ਕੀ ਸਿੱਟਾ ਨਿਕਲੂਗਾ ਇਹ ਆਉਣ ਵਾਲੇ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਹੈ। 1.5-2 ਸਾਲ ਅੱਗੇ ਦੀ ਗੱਲ ਹੈ ਇਹ। ਪਰ ਜੇਕਰ ਇੱਕ ਵਾਰ ਕਿਸਾਨ ਇੱਥੋਂ ਉੱਠ ਜਾਂਦੇ ਆ ਤਾਂ ਇਹ ਗੱਲ ਪੱਥਰ ਤੇ ਲਕੀਰ ਵਰਗੀ ਹੈ ਕਿ ਬਾਅਦ ਦੇ ਵਿੱਚ ਕਿਸਾਨਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਥਾਂ ਦੇ ਉੱਤੇ ਨਹੀਂ ਬੈਠਣਾ। ਅਸੀਂ ਅੱਜ ਤੱਕ ਬਹੁਤ ਸਾਰੇ ਅੰਦੋਲਨ ਇਹੋ ਜਿਹੇ ਦੇਖੇ ਆ ਜਿਨ੍ਹਾਂ ਦੇ ਵਿੱਚ ਇੱਕ ਵਾਰ ਭਰਪੂਰ ਇਕੱਠ ਹੋਇਆ, ਬਾਅਦ ਦੇ ਵਿੱਚ ਉਹੋ ਜਿਹੀ ਏਕਤਾ, ਉਹੋ ਜਿਹਾ ਜੋਸ਼, ਉਹੋ ਜਿਹਾ ਜਜ਼ਬਾ ਨਹੀਂ ਮਿਲਿਆ ਦੇਖਣ ਨੂੰ। ਮੁੱਦਾ ਵੀ ਉਹੀ ਹੁੰਦਾ, ਲੋਕ ਵੀ ਉਹ ਹੁੰਦੇ ਆ। ਬਾਅਦ ਦੇ ਵਿੱਚ ਇੱਕ ਵਾਰ ਜਦੋਂ ਜਨੂਨ, ਜਦੋਂ ਜੋਸ਼ ਖਿੰਡ ਪੁੰਨ ਜਾਂਦਾ ਤੇ ਫਿਰ ਪਹਿਲਾਂ ਵਾਲੀ ਗੱਲ ਨਹੀਂ ਬਣਦੀ। ਕੇਂਦਰ ਦੀ ਸਰਕਾਰ ਦੀ ਇੱਛਾ ਇਹ ਆ ਵੀ ਇੱਕ ਵਾਰੀ ਕਿਵੇਂ ਨਾ ਕਿਵੇਂ ਅਸੀਂ ਠਾ ਦਈਏ, ਬਾਅਦ ਦੀ ਗੱਲ ਬਾਅਦ ਦੇ ਵਿੱਚ ਦੇਖਾਂਗੇ। ਕਿਸਾਨਾਂ ਦੀ ਇਸ ਵਕਤ ਇਹ ਸੋਚ ਆ ਵੀ ਜਦੋਂ ਇਹ ਇਸ ਵਕਤ ਝੁਕੇ ਹੋਏ ਆ ਜਾਂ ਲਿਫ ਰਹੇ ਆ ਤਾਂ ਫਿਰ ਅਸੀਂ ਆਪਦੀ ਪੂਰੀ ਮੰਗ ਬਣਵਾ ਲਈਏ। ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਜਾਪਦਾ ਕਿ 22 ਤਰੀਕ ਦੀ ਮੀਟਿੰਗ ਦੇ ਵਿੱਚ ਸ਼ਾਇਦ ਕਿਸਾਨ ਇਹ ਗੱਲ ਕਹਿਣ ਕਿ 2 ਨਹੀਂ ਜੀ, ਤੁਸੀਂ 4 ਸਾਲ ਦੀ ਗੱਲ ਕਰੋ। ਤੁਹਾਡੀ ਟਰਮ ਹੈਗੀ 2024 ਤੱਕ ਦੀ, ਤੁਸੀਂ 2024 ਤੱਕ ਦੇ ਲਈ ਇਹ ਕਾਨੂੰਨ ਲਾਗੂ ਨਹੀਂ ਕਰੋਗੇ। ਇਸ ਗੱਲ ਦੇ ਉੱਤੇ ਪਹਿਰਾ ਦਿਓ, ਇਸ ਗੱਲ ਦੇ ਉੱਤੇ ਸਹੀ ਪਾਓ। ਮੇਰਾ ਅੰਦਾਜ਼ਾ ਇਸ ਗੱਲ ਦੇ ਲਈ, ਬਾਕੀ ਵਕਤ ਦੱਸੂਗਾ ਕੀ ਬਣਦਾ, ਕਿਉਂਕਿ ਇਸ ਵਕਤ ਕੱਲੀਆਂ 40-42 ਕਿਸਾਨ ਜਥੇਬੰਦੀਆਂ ਦੇ ਆਗੂ ਕੋਈ ਫੈਸਲਾ ਲੈ ਲੈਣ ਇਹ ਸੰਭਵ ਨਹੀਂ ਆ। ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਇਸ ਵਕਤ ਵੱਖ-ਵੱਖ ਬਾਰਡਰਾਂ ਦੇ ਉੱਤੇ ਇਹਨਾਂ ਕਿਸਾਨ ਆਗੂਆਂ ਦੇ ਭਰੋਸੇ ਦੇ ਉੱਤੇ ਬੈਠੇ ਆ। ਉਹਨਾਂ ਨੂੰ ਵੀ ਇਸ ਵਕਤ ਭਰੋਸੇ ਦੇ ਵਿੱਚ ਲੈਣਾ ਬਹੁਤ ਜ਼ਰੂਰੀ ਹੈ। ਅੱਜ ਕਿਸਾਨ ਆਗੂਆਂ ਦੀ ਮੀਟਿੰਗ ਹੋਣੀ ਆ, ਵੱਖ-ਵੱਖ ਹੋਰ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨਗੇ। ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਉਹਦੇ ਆਧਾਰ ਦੇ ਉੱਤੇ 22 ਤਰੀਕ ਵਾਲੀ ਯਾਨੀ ਕਿ ਭਲਕ ਵਾਲੀ ਮੀਟਿੰਗ ਦੇ ਵਿੱਚ ਕੀ ਗੱਲ ਕਰਨੀ ਹੈ ਤੇ ਕੀ ਨਹੀਂ ਇਹ ਤੈਅ ਕੀਤਾ ਜਾਊਗਾ। ਪਰ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਨਿੱਤ ਨਵੀਆਂ ਛੁਰਲੀਆਂ ਛੱਡੀਆਂ ਜਾ ਰਹੀਆਂ। ਲੰਘੇ ਕੱਲ੍ਹ ਕਿਸਾਨਾਂ ਨੇ ਇਹ ਵੀ ਗੱਲ ਕਹੀ ਆ, ਕਿਸਾਨ ਆਗੂਆਂ ਨੇ, ਵੀ ਤੁਸੀਂ ਬਦਨਾਮ ਵੀ ਸਾਨੂੰ ਕਰੀ ਜਾਂਦੇ ਆ, ਤੁਸੀਂ ਨਿੱਤ ਨਵੇਂ ਬਿਆਨ ਵੀ ਦਿੰਦੇ ਆ ਸਾਡੇ ਖਿਲਾਫ, ਕਦੇ ਅਸੀਂ ਅੱਤਵਾਦੀ ਹਾਂ, ਕਦੇ ਫਲਾਂ, ਕਦੇ ਢੀਂਗ ਆ, ਜੇ ਕਦੇ ਕੁਝ ਤੇ ਕਦੇ ਕੁਝ ਆ। ਤਾਂ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਹੋ ਜਿਹੇ ਬਿਆਨ ਦੇਣ ਵਾਲਿਆਂ ਨੂੰ
ਰੋਕਾਂਗੇ। ਕੋਈ ਵੀ ਇਹੋ ਜਿਹਾ ਬਿਆਨ ਨਾ ਦੇਵੇ ਜਿਹਦੇ ਕਰਕੇ ਮਾਹੌਲ ਖਰਾਬ ਹੋਵੇ, ਜਿਹਦੇ ਕਰਕੇ ਗੁੱਸੇ ਦੀ ਲਹਿਰ ਪ੍ਰਚੰਡ ਹੋਵੇ। ਸੋ ਇਸ ਵਕਤ ਕਿਸਾਨ ਆਗੂ ਆ ਜਿਹੜੇ ਉਹ ਬੜੇ ਜਜ਼ਬੇ ਦੇ ਵਿੱਚ ਹੈ, ਬੜੇ ਜੋਸ਼ ਦੇ ਵਿੱਚ ਹੈ। ਉਹਨਾਂ ਦੇ ਵੱਲੋਂ ਬਿਲਕੁਲ ਸਿੱਧੀਆਂ ਤੇ ਸਪਾਟ ਗੱਲਾਂ ਕੀਤੀਆਂ ਜਾਂਦੀਆਂ। ਮੈਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਸੀ, ਅੱਜ ਵੀ ਉਹ ਬੇਨਤੀ ਕਰਦਾ ਕਿ ਇਸ ਵਕਤ ਕੇਂਦਰ ਦੇ ਮੰਤਰੀਆਂ ਨਾਲ ਜਦੋਂ ਮੱਥਾ ਲੱਗਾ ਹੋਇਆ, ਕੇਂਦਰੀ ਹਕੂਮਤ ਨਾਲ ਮੱਥਾ ਲੱਗਿਆ, ਤਾਂ ਅਸੀਂ ਆਪਣੇ ਕਿਸਾਨ ਆਗੂਆਂ ਦੇ ਉੱਤੇ ਭਰੋਸਾ ਕਰੀਏ। ਰਜਾਈ ਦੇ ਵਿੱਚ ਬੈਠ ਕੇ ਅਸੀਂ ਇਨਕਲਾਬ ਨਾ ਲੈ ਕੇ ਆਈਏ। ਅਸੀਂ ਇਹ ਨਾ ਕਹੀਏ ਕਿ ਫਲਾਣਾ ਵਿਕ ਗਿਆ ਜੀ, ਰਾਜੇਵਾਲ ਦਾ ਸਾਨੂੰ ਪਹਿਲਾਂ ਪਤਾ ਸੀ ਜੀ, ਚੜੂਨੀ ਨੇ ਤਾਂ ਇੱਦਾਂ ਹੀ ਕਰ ਦੇਣਾ ਜੀ, ਟਕੈਤ ਤਾਂ ਹੈ ਹੀ ਇੱਦਾਂ ਦਾ, ਫਲਾਣਾ ਹੈ ਹੀ ਇੱਦਾਂ ਦਾ। ਇਹ ਕਿਸਾਨ ਆਗੂ ਬਹੁਤ ਨਿੱਠ ਕੇ ਕੰਮ ਕਰ ਰਹੇ ਆ, ਸਾਡੇ ਨਾਲੋਂ ਤਾਂ ਕਈ ਗੁਣਾ ਵੱਧ ਕਰ ਰਹੇ ਆ। ਇਸ ਕਰਕੇ ਭਰੋਸਾ ਰੱਖੀਏ, ਜਿੱਤ ਹੋਊਗੀ। ਇਸ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਹੁਣ ਤੱਕ ਜ਼ਿੰਦਗੀ ਖਤਮ ਹੋਈ ਹੈ। ਕਿਸੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜ਼ਿੰਦਗੀ ਖਤਮ ਕੀਤੀ ਹੈ, ਕਿਸੇ ਨੂੰ ਦਿਲ ਦਾ ਦੌਰਾ ਪਿਆ, ਕੋਈ ਸੜਕ ਹਾਦਸੇ ਦੇ ਵਿੱਚ ਮੌਤ ਦੀ ਬੁੱਕਲ 'ਚ ਚਲਾ ਗਿਆ। ਯਾਨੀ ਕਿ ਹੁਣ ਤੱਕ ਦਰਜਨਾਂ ਦੀ ਗਿਣਤੀ ਦੇ ਵਿੱਚ ਤਕਰੀਬਨ 1 ਸੈਂਕੜਾ ਕਿਸਾਨ ਆ ਜਿਹੜੇ ਉਹ ਮੌਤ ਦੀ ਬੁੱਕਲ ਦੇ ਵਿੱਚ ਜਾ ਚੁੱਕੇ ਆ। ਦੁੱਖ ਹੁੰਦਾ ਇਸ ਗੱਲ ਦੇ ਉੱਤੇ, ਕਿਉਂਕਿ ਜਿਹੜੇ ਘਰਾਂ ਦੇ ਵਿੱਚ ਕਮਾਉਣ ਵਾਲਾ ਇੱਕ ਹੋਵੇ, ਸਿਰ ਦੇ ਉੱਤੇ ਕਰਜ਼ੇ ਦੀ ਪੰਡ ਬਹੁਤ ਵੱਡੀ ਹੋਵੇ, ਉਹ ਕਮਾਉਣ ਵਾਲਾ ਵੀ ਜਹਾਨੋਂ ਕੂਚ ਕਰ ਜੇ, ਤੇ ਬੱਚੇ ਹੁਣ ਨਿੱਕੇ ਨਿੱਕੇ, ਤੇ ਮਾਪੇ ਹੁਣ ਬਜ਼ੁਰਗ, ਤੇ ਘਰ ਵਾਲੀ ਇਕੱਲੀ ਔਰਤ ਰਹਿ ਜੇ, ਤਾਂ ਫਿਰ ਕਮਾਉਣ ਵਾਲਾ ਕੌਣ ਹੋਊਗਾ ਉਸ ਘਰ ਦੇ ਵਿੱਚ? ਬੱਚੇ ਪੜ੍ਹਾਉਣੇ ਵੀ ਆ, ਬਾਕੀ ਖਰਚਾ ਪੱਠਾ ਵੀ ਕਰਨਾ। ਪਰ ਕੁਝ ਕੁ ਲੋਕਾਂ ਦੇ ਵੱਲੋਂ ਇਸ ਵਕਤ ਪੀੜਤ ਕਿਸਾਨ ਪਰਿਵਾਰਾਂ ਦੀ ਮਦਦ ਦੀ ਬਾਂਹ ਵੀ ਫੜੀ ਗਈ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਕੁਝ ਕਰ ਵੀ ਰਹੇ ਆ, ਤੇ ਕਰਨਾ ਵੀ ਚਾਹੀਦਾ। ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਬੈਠੇ ਭੈਣਾਂ ਵੀਰ ਆ ਜਿਹੜੇ ਉਹ ਇਸ ਵਕਤ ਸ਼ਹੀਦੀ ਪ੍ਰਾਪਤ ਕਰ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਤੌਰ ਦੇ ਉੱਤੇ ਮਦਦ ਭੇਜ ਰਹੇ ਆ। ਭੇਜਣੀ ਵੀ ਚਾਹੀਦੀ ਹੈ। ਜਿਹੜਾ ਜਿੰਨੇ ਜੋਗਾ ਉਹਨੂੰ ਉਨੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਬੰਦਾ ਹੀ ਬੰਦੇ ਦਾ ਦਾਰੂ ਆ। ਬੰਦਾ ਬੰਦੇ ਦੀ ਸਾਰ ਲੈਂਦਾ ਰਹੇ, ਇਹ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਅਸੀਂ ਹੋਰ ਬਹੁਤ ਸਾਰੇ ਕੰਮਾਂ ਦੇ ਉੱਤੇ ਪੈਸੇ ਪੱਟਦੇ ਹਾਂ, ਪਰ ਜੇਕਰ 2, 4, 5 ਹਜ਼ਾਰ ਹੁੰਦਿਆਂ ਸੁੰਦਿਆਂ ਵੀ ਸਾਨੂੰ ਕਿਸੇ ਨੂੰ ਦੇਣਾ ਪੈ ਜੇ, ਕਈ ਵਾਰ ਪਿੱਸੂ ਪੈ ਜਾਂਦੇ ਆ। ਕਈ ਵਾਰ ਬੰਦੇ ਬਹੁਤ ਜੇਰੇ ਵਾਲੇ ਵੀ ਹੁੰਦੇ ਆ, ਸਲਾਮ ਆ ਉਹਨਾਂ ਨੂੰ। ਪਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਆਸਟ੍ਰੇਲੀਆ ਦੇ ਇੱਕ ਵਿਅਕਤੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਇਸ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਆ ਕਿਸਾਨ, ਉਹਨਾਂ ਦੇ ਨਿਆਣੇ ਆ ਜਿਹੜੇ, ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਅਸੀਂ ਆਸਟ੍ਰੇਲੀਆ ਦੇ ਵਿੱਚ ਕਰਾਂਗੇ। ਉਹਨਾਂ ਨੂੰ ਅਸੀਂ ਆਸਟ੍ਰੇਲੀਆ ਦੇ ਵਿੱਚ ਪੜ੍ਹਾਵਾਂਗੇ, ਉਹ ਵੀ ਆਪਣੇ ਖਰਚੇ ਦੇ ਉੱਤੇ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ, ਇਹ ਆਪਣੇ ਆਪ ਦੇ ਵਿੱਚ ਬੜੀ ਵਿਲੱਖਣ ਗੱਲ ਹੈ। ਹਾਲਾਂਕਿ ਜਿਹੜਾ ਅੱਜ ਨਿਆਣਾ ਬਹੁਤ ਛੋਟੀ ਉਮਰ ਦਾ, ਜੇਕਰ ਉਹ ਵੱਡਾ ਹੁੰਦਾ, ਉਹ 18, 19, 20 ਸਾਲ ਬਾਅਦ ਕਿਹੜੇ ਪਾਸੇ ਨੂੰ ਜ਼ਿੰਦਗੀ ਦਾ ਮੋੜ ਕੱਟਦਾ, ਇਹ ਵਕਤ ਬਿਆਨ ਕਰਦਾ। ਪਰ ਜਿਸ ਤਰੀਕੇ ਦੇ ਨਾਲ ਜੀਰਾ ਦਿਖਾਇਆ ਗਿਆ, ਜਿਸ ਤਰੀਕੇ ਨਾਲ ਬਿਆਨ ਜਾਰੀ ਕੀਤਾ ਗਿਆ, ਇਹ ਵੀ ਕੋਈ ਛੋਟੀ ਗੱਲ ਨਹੀਂ ਹੈ ਮੇਰੇ ਖਿਆਲ ਦੇ ਮੁਤਾਬਕ। ਕਿਉਂਕਿ ਇਹ ਗੱਲ ਕਹੀ ਗਈ ਆ ਕਿ ਅਸੀਂ ਕਿਸਾਨ ਜਿਹੜੇ ਸ਼ਹੀਦ ਹੋਏ ਆ, ਉਹਨਾਂ ਦੇ ਨਿਆਣਿਆਂ ਨੂੰ, ਉਹਨਾਂ ਦੇ ਬੱਚਿਆਂ ਨੂੰ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਦਾ ਪ੍ਰਬੰਧ ਕਰਕੇ ਦੇਵਾਂਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਨਾ ਬਣਦਾ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 3 ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਰਕੇ ਤਕਰੀਬਨ 80 ਤੋਂ ਵੱਧ ਕਿਸਾਨਾਂ ਦੀ ਹੁਣ ਤੱਕ ਸ਼ਹੀਦੀ ਦੀ ਖਬਰ ਹੈ। ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਲਈ ਕਿਸਾਨ ਮੋਰਚੇ ਵੱਲੋਂ ਨੌਕਰੀ ਤੇ ਰਾਹਤ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੁਝ ਸਮਾਜ ਸੇਵਕ ਵੀ ਇਹਨਾਂ ਪੀੜਤ ਪਰਿਵਾਰਾਂ ਦੀ ਮਦਦ ਵਾਸਤੇ ਅੱਗੇ ਆ ਰਹੇ ਨੇ, ਜਿਨ੍ਹਾਂ ਦੇ ਵਿੱਚ ਇੱਕ ਡਾਕਟਰ ਬਰਨਾਰਡ ਮਾਲਕ ਨੇ ਕਿਸਾਨ ਅੰਦੋਲਨ ਦੇ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਬੱਚਿਆਂ ਲਈ ਆਸਟ੍ਰੇਲੀਆ ਦੇ ਵਿੱਚ ਮੁਫਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ। ਇਹਦੀ ਜਾਣਕਾਰੀ ਡਾਕਟਰ ਭੀਮ ਰਾਓ ਅੰਬੇਦਕਰ ਦੇ ਪੜਪੋਤੇ ਰਾਜ ਰਤਨ ਅੰਬੇਦਕਰ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਆਸਟ੍ਰੇਲੀਆ ਦੇ ਸਾਡੇ ਸਾਥੀ ਡਾਕਟਰ ਬਰਨਾਰਡ ਮਲਕ ਜੀ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ ਤੇ ਕਿਸਾਨੀ ਲਹਿਰ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਬੱਚਿਆਂ ਨੂੰ ਆਸਟ੍ਰੇਲੀਆ ਦੇ ਵਿੱਚ ਮੁਫਤ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ ਹੈ। ਅਸੀਂ ਭਾਰਤ ਦੇ ਲੋਕ ਉਹਨਾਂ ਦਾ ਦਿਲੀ ਤੌਰ ਦੇ ਉੱਤੇ ਧੰਨਵਾਦ ਕਰਦੇ ਹਾਂ। ਰਾਜ ਰਤਨ ਅੰਬੇਦਕਰ ਬੁੱਧ ਸੁਸਾਇਟੀ ਆਫ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਹਨ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਕੱਲ੍ਹ ਨੂੰ ਇੱਕ ਬੱਚੇ ਨੂੰ ਆਸਟ੍ਰੇਲੀਆ ਦੇ ਵਿੱਚ ਚੰਗੀ ਵਿੱਦਿਆ ਮਿਲਦੀ ਹੈ, 5 ਨੂੰ ਮਿਲਦੀ ਆ, 20 ਨੂੰ ਮਿਲਦੀ ਆ, 30 ਨੂੰ ਮਿਲਦੀ ਆ, ਜਾਂ ਇੱਕ ਨੂੰ ਵੀ ਨਹੀਂ ਮਿਲਦੀ, ਇਹ ਤਾਂ ਵਕਤ ਬਿਆਨ ਕਰੂਗਾ। ਪਰ ਇਸ ਮੌਕੇ ਦੇ ਉੱਤੇ ਬਿਆਨ ਦੇਣਾ, ਇਸ ਮੌਕੇ ਦੇ ਉੱਤੇ ਪੇਸ਼ਕਸ਼ ਕਰਨੀ ਕਿ ਅਸੀਂ ਜੀ ਨਾਲ ਖੜ੍ਹੇ ਹਾਂ ਅਤੇ ਅਸੀਂ ਨਿਆਣੇ ਆਸਟ੍ਰੇਲੀਆ ਦੇ ਵਿੱਚ ਪੜ੍ਹਾਵਾਂਗੇ, ਇਹ ਛੋਟੀ ਪੇਸ਼ਕਸ਼ ਨਹੀਂ ਆ। ਇਸ ਪੇਸ਼ਕਸ਼ ਦੇ ਕਿਹੋ ਜਿਹੇ ਨਤੀਜੇ ਆਉਂਦੇ ਆ, ਕਿੰਨੇ ਕੁ ਵਿਦਿਆਰਥੀ ਬੁਲਾਏ ਜਾਂਦੇ ਆ, ਬੱਚੇ ਬੁਲਾਏ ਜਾਂਦੇ ਆ, ਕਿੰਨੇ ਕੁ ਉੱਥੇ ਪੜ੍ਹ ਸਕਦੇ ਆ, ਕਿੰਨੇ ਕੁ ਦੇ ਪੈਸੇ ਭਰੇ ਜਾਂਦੇ ਆ, ਇਹ ਤਾਂ ਸਮੇਂ ਨੇ ਸਾਰਾ ਕੁਝ ਬਿਆਨ ਕਰਨਾ। ਪਰ ਇਹ ਪੇਸ਼ਕਸ਼ ਕਰਨੀ ਹੀ ਕਿ ਅਸੀਂ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਇੱਥੇ ਪੜ੍ਹਾਵਾਂਗੇ, ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਜਿਹੜੇ ਪਿੰਡ ਦੇ ਵਿੱਚ ਜਿਹੜੇ ਵੀ ਕਿਸਾਨ ਸ਼ਹੀਦ ਹੋਏ ਆ, ਉਹਨਾਂ ਪਿੰਡ ਵਾਸੀਆਂ ਨੂੰ ਵੀ ਪਤਾ ਜੀ ਕਿ ਸਾਡੇ ਪਿੰਡ ਦੇ ਵਿੱਚ ਜੇਕਰ ਫਲਾਣਾ ਕਿਸਾਨ ਸ਼ਹੀਦ ਹੋ ਗਿਆ ਤਾਂ ਉਹਦੇ ਬੱਚੇ ਆ ਜਿਹੜੇ ਉਹ ਪੜ੍ਹਾਈ ਲਿਖਾਈ ਦੇ ਕਾਬਿਲ ਆ, ਜਾਂ ਉਹਨਾਂ ਨੂੰ ਪੜ੍ਹਾਉਣਾ ਸਾਡਾ ਫਰਜ਼ ਹੈ। ਕੁਝ ਕੁ ਲੋਕਾਂ ਨੇ ਆਪਣੇ ਫਰਜ਼ ਪਛਾਣਿਆ ਹੋਣਾ, ਬਹੁਤਿਆਂ ਨੇ ਫਰਜ਼ ਨਹੀਂ ਪਛਾਣਿਆ ਤੇ ਪਛਾਣਨਾ ਵੀ ਨਹੀਂ। ਜਦੋਂ ਸਾਡੇ ਆਂਢ ਗੁਆਂਢ ਦੇ ਵਿੱਚ ਰਹਿੰਦੇ ਫਰਜ਼ ਨਾ ਪਛਾਣਦੇ ਹੋਣ, ਉਸ ਵਕਤ ਆਸਟ੍ਰੇਲੀਆ ਦੇ ਵਿੱਚੋਂ ਜਾਂ ਕਿਸੇ ਹੋਰ ਮੁਲਕ ਦੇ ਵਿੱਚੋਂ ਪੈਸੇ ਭੇਜੇ ਜਾਣੇ, ਤੇ ਉਸ ਵਕਤ ਆਸਟ੍ਰੇਲੀਆ ਦੇ ਵਿੱਚ ਬੈਠੇ ਹੋਏ ਵਿਅਕਤੀ ਦੇ ਵੱਲੋਂ, ਮਲਕ ਦੇ ਵੱਲੋਂ ਇਹ ਗੱਲ ਕਹੀ ਜਾਣੀ ਕਿ ਸਾਡੇ ਕੋਲੇ ਆਉਣਗੇ ਇਹ ਬੱਚੇ ਤੇ ਅਸੀਂ ਪੜ੍ਹਾਵਾਂਗੇ, ਇਹ ਸੱਚੀ ਮੁੱਚੀ ਬਹੁਤ ਵੱਡੀ ਗੱਲ ਹੈ। ਇਸ ਗੱਲ ਨੂੰ ਅਸੀਂ ਘਟਾ ਕੇ ਨਹੀਂ ਦੇਖ ਸਕਦੇ। ਪਰ ਮਨ ਦੇ ਵਿੱਚ ਇੱਕ ਹੋਰ ਵੀ ਸਵਾਲ ਹੈ, ਜਦੋਂ ਅਸੀਂ ਜਜ਼ਬਾਤੀ ਹੁੰਦੇ ਆ, ਉਦੋਂ ਕਈ ਤਰ੍ਹਾਂ ਦੇ ਐਲਾਨ ਕਰ ਦਿੰਦੇ ਆ,
ਹੋ ਸਕਦਾ ਮੇਰੇ ਮਨ ਦੇ ਵਿੱਚ ਵੀ ਇਹ ਸਵਾਲ ਆਵੇ, ਮੇਰੇ ਮਨ ਦੇ ਵਿੱਚ ਇਹ ਖਿਆਲ ਵੀ ਆਵੇ ਕਿ ਯਾਰ ਇਹਨਾਂ ਬੱਚਿਆਂ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ। ਪਰ ਜਿਵੇਂ ਜਿਵੇਂ ਸਮਾਂ ਨਿਕਲਦਾ ਉਵੇਂ ਉਵੇਂ ਸਾਡੀ ਜਿਹੜੀ ਆ ਪ੍ਰਭਾਵ ਸਾਡੇ ਉੱਤੋਂ ਉਹ ਘਿਰਦਾ ਜਾਂਦਾ, ਡਿੱਗਦਾ ਜਾਂਦਾ ਤੇ ਫਿਰ ਅਸੀਂ ਆਪਣੇ ਆਪ ਨੂੰ ਉਸੇ ਰੰਗ ਦੇ ਵਿੱਚ ਫਿਰ ਰੰਗ ਲੈਂਦੇ ਆ। ਮੈਂ ਬਹੁਤ ਵਾਰ ਦੇਖਿਆ ਕਿ ਭਾਵੁਕ ਹੋ ਕੇ ਕਈ ਬੰਦੇ ਕਈ ਤਰ੍ਹਾਂ ਦੇ ਐਲਾਨ ਕਰਦੇ ਆ ਕਿ ਯਾਰ ਆਹ ਪਰਿਵਾਰ ਨਾਲ ਬਹੁਤ ਧੱਕਾ ਹੋਇਆ, ਮੈਂ ਆਪਣੇ ਵੱਲੋਂ ਆਹ ਚੀਜ਼ ਦੇਵਾਂਗਾ, ਮੈਂ ਇਹਦੇ ਲਈ ਆਹ ਐਲਾਨ ਕਰਦਾ। ਪਰ ਸਾਲ ਨਿਕਲ ਜਾਂਦਾ, 2 ਸਾਲ ਨਿਕਲ ਜਾਂਦੇ, 5 ਸਾਲ ਨਿਕਲ ਜਾਂਦੇ, ਕੋਈ ਪੰਜੀ ਨਹੀਂ ਦਿੰਦਾ। ਇਸ ਕਰਕੇ ਜਿਹੜੇ ਹੁਣ ਬਰਨਾਰਡ ਮਲਿਕ ਹੋਰਾਂ ਦੇ ਵੱਲੋਂ ਐਲਾਨ ਕੀਤਾ ਗਿਆ ਪੜ੍ਹਾਈ ਦਾ, ਉਹ ਆਪਣੀ ਸੋਚ ਨੂੰ ਇਵੇਂ ਰੱਖਣ, ਉਹ ਸੱਚੀ ਮੁੱਚੀ ਮਦਦ ਦੇ ਲਈ ਅੱਗੇ ਆਉਂਦੇ ਰਹਿਣ। ਉਹ ਸੱਚੀ ਮੁੱਚੀ ਇਹ ਜਿਹੜੇ ਸ਼ਹੀਦ ਕਿਸਾਨ ਆ ਉਹਨਾਂ ਦੇ ਨਿੱਕੇ ਨਿਆਣਿਆਂ ਨੂੰ, ਉਹਨਾਂ ਦੇ ਬੱਚਿਆਂ ਨੂੰ ਚੰਗੀ ਵਿੱਦਿਆ ਮੁਹੱਈਆ ਕਰਵਾਉਣ। ਕੀਤੇ ਗਏ ਐਲਾਨ ਦੇ ਮੁਤਾਬਕ ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਪ੍ਰਾਪਤ ਹੋ ਰਹੀਆਂ ਕਿ ਸਾਬਕਾ ਫੌਜੀ ਤੇ ਵਰਤਮਾਨ ਫੌਜੀ ਜਿਹੜੇ ਕਿ ਇਸ ਵਕਤ ਡਿਊਟੀ ਦੇ ਉੱਤੇ ਆ, ਉਹ ਦਿੱਲੀ ਦੇ ਵਿੱਚ ਲੱਗੇ ਹੋਏ ਵੱਖ-ਵੱਖ ਧਰਨਿਆਂ ਦੇ ਵਿੱਚ ਜਾਂਦੇ ਆ ਤੇ ਉਹਨਾਂ ਦੇ ਵੱਲੋਂ ਵਰਦੀਆਂ ਪਾ ਕੇ ਉੱਥੇ ਸਰਕਾਰ ਦੀ ਖਿਲਾਫਤ ਕੀਤੀ ਜਾਂਦੀ ਹੈ, ਇਹਨਾਂ ਖੇਤੀ ਕਾਨੂੰਨਾਂ ਦੀ ਖਿਲਾਫਤ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਖਬਰ ਬਹੁਤ ਵੱਡੀ ਬਣਦੀ ਹੈ ਕਿ ਫੌਜੀਆਂ ਦੇ ਵੱਲੋਂ ਵਰਦੀਆਂ ਪਾ ਕੇ ਸਰਕਾਰ ਨੂੰ ਦਿੱਤੀ ਗਈ ਚੁਣੌਤੀ ਤੇ ਖੇਤੀ ਕਾਨੂੰਨ ਰੱਦ ਨਾ ਹੋਣ ਦੀ ਸੂਰਤ ਦੇ ਵਿੱਚ ਇੱਟ ਨਾਲ ਇੱਟ ਖੜਕਾਉਣ ਦਾ ਐਲਾਨ। ਇਸ ਗੱਲ ਤੋਂ ਹੁਣ ਫੌਜ ਦੇ ਜਿਹੜੇ ਸੀਨੀਅਰ ਅਧਿਕਾਰੀ ਆ, ਜਿਹੜੇ ਵੱਡੇ ਅਫਸਰ ਆ, ਉਹ ਵੀ ਘਬਰਾਏ ਹੋਏ ਆ ਤੇ ਉਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਵੀ ਕੋਈ ਵੀ ਸਾਬਕਾ ਫੌਜੀ ਜਾਂ ਕੋਈ ਵੀ ਡਿਊਟੀ ਦੇ ਉੱਤੇ ਵਰਤਮਾਨ ਫੌਜੀ ਕਿਸੇ ਵੀ ਅੰਦੋਲਨ ਦੇ ਵਿੱਚ ਜਾ ਕੇ, ਕਿਸੇ ਵੀ ਧਰਨੇ ਦੇ ਵਿੱਚ ਜਾ ਕੇ ਇਹੋ ਜਿਹੀਆਂ ਗੱਲਾਂ ਨਹੀਂ ਕਰ ਸਕੂਗਾ, ਜਾਂ ਇਹ ਹੋਊਗਾ ਕਿ ਭਾਈ ਤੁਸੀਂ ਫੌਜੀ ਵਰਦੀ ਪਾ ਕੇ ਤੇ ਆਪਣੀਆਂ ਇਹੋ ਜਿਹੀਆਂ ਗੱਲਾਂ ਨਹੀਂ ਕਰ ਸਕਦੇ, ਕਿਉਂਕਿ ਫੌਜੀ ਵਰਦੀ ਉਦੋਂ ਤੱਕ ਆ ਜਦੋਂ ਤੱਕ ਤੁਸੀਂ ਡਿਊਟੀ ਦੇ ਉੱਤੇ ਹੋ ਤੇ ਡਿਊਟੀ ਦੇ ਉੱਤੇ ਰਹਿ ਕੇ ਤੁਸੀਂ ਕੇਂਦਰ ਦੀ ਸਰਕਾਰ ਦੇ ਖਿਲਾਫ ਨਹੀਂ ਭੜਾਸ ਕੱਢ ਸਕਦੇ ਤੇ ਡਿਊਟੀ ਤੋਂ ਬਾਹਰ ਯਾਨੀ ਕਿ ਸਾਬਕਾ ਹੋ ਕੇ ਤੇ ਤੁਸੀਂ ਉਸ ਵਰਦੀ ਦੀ ਵਰਤੋਂ ਨਹੀਂ ਕਰ ਸਕਦੇ। ਇਹ ਵਕਤ ਦੇ ਮੁਤਾਬਕ ਫੈਸਲਾ ਕੀਤਾ ਗਿਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕਈ ਤਰ੍ਹਾਂ ਦੀਆਂ ਖਬਰਾਂ ਇਹੋ ਜਿਹੀਆਂ ਆ ਰਹੀਆਂ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜੀ ਆ ਜਿਹੜੇ, ਭਾਵੇਂ ਉਹ ਸਾਬਕਾ, ਉਹਨਾਂ ਦੇ ਵੱਲੋਂ ਵਰਦੀਆਂ ਪਹਿਨ ਕੇ ਮੈਡਲ ਆਪਣੇ ਇੱਥੇ ਲਾ ਕੇ ਛਾਤੀ ਦੇ ਉੱਤੇ ਤੇ ਕੇਂਦਰ ਸਰਕਾਰ ਦੀ ਇੱਟ ਦੇ ਨਾਲ ਇੱਟ ਖੜਕਾਉਣ ਦਾ ਐਲਾਨ ਕਰ ਦਿੱਤਾ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਰਾਸ਼ਟਰੀ ਰਾਜਧਾਨੀ ਦੇ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਭਾਰਤੀ ਫੌਜ ਦੇ ਬਹੁਤ ਸਾਰੇ ਸਾਬਕਾ ਸੈਨਿਕ ਫੌਜੀ ਵਰਦੀ ਦੇ ਵਿੱਚ ਮੌਜੂਦ ਨੇ ਤੇ ਬਹੁਤ ਸਾਰੇ ਸੈਨਿਕ ਆਪਣੇ ਮੈਡਲ ਪਹਿਨ ਕੇ ਨਜ਼ਰ ਆ ਰਹੇ ਨੇ। ਇਸ ਤੋਂ ਬਾਅਦ ਭਾਰਤੀ ਫੌਜ ਦੁਆਰਾ ਸਾਬਕਾ ਸੈਨਿਕਾਂ ਦੇ ਮੈਡਲ ਤੇ ਰਿਬਨ ਪਹਿਨਣ ਦੇ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਦੇ ਮੁਤਾਬਕ ਭਾਰਤੀ ਫੌਜ ਦੇ ਮੈਡਲ ਤੇ ਰਿਬਨ ਸਿਰਫ ਫੌਜ ਦੇ ਨਿਯਮਾਂ ਤਹਿਤ ਸਾਬਕਾ ਸੈਨਿਕਾਂ ਦੁਆਰਾ ਪਹਿਨੇ ਜਾਣੇ ਚਾਹੀਦੇ ਨੇ। ਭਾਰਤੀ ਸੈਨਾ ਦੇ ਮੁਤਾਬਕ ਰਾਜਨੀਤਿਕ ਰੈਲੀਆਂ ਦੇ ਵਿੱਚ ਫੌਜੀਆਂ ਜਾਂ ਸਾਬਕਾ ਸੈਨਿਕਾਂ ਨੂੰ ਮੈਡਲ ਜਾਂ ਰਿਬਨ ਪਹਿਨਣ ਦੀ ਆਗਿਆ ਨਹੀਂ। ਸੈਨਾ ਦੇ ਸੂਤਰਾਂ ਨੇ ਕਿਹਾ ਕਿ ਫੌਜੀ ਵਰਦੀਆਂ, ਫੌਜੀ ਮੈਡਲ ਜਾਂ ਰਿਬਨ ਕਿਸੇ ਵੀ ਰਾਜਨੀਤਿਕ ਰੈਲੀਆਂ ਦੇ ਵਿੱਚ ਸਾਬਕਾ ਸੈਨਿਕਾਂ ਨੂੰ ਨਹੀਂ ਪਹਿਨਣੇ ਚਾਹੀਦੇ। ਭਾਰਤੀ ਸੈਨਾ ਦੇ ਨਿਯਮ ਇਸ ਦੀ ਆਗਿਆ ਨਹੀਂ ਦਿੰਦੇ। ਇਹ ਮਿਲਟਰੀ ਐਡਵਾਈਜ਼ਰੀ ਉਸ ਵਕਤ ਜਾਰੀ ਕੀਤੀ ਗਈ ਹੈ ਜਦੋਂ ਕਈ ਸਾਬਕਾ ਸੈਨਿਕ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਤੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਫੌਜੀ ਵਰਦੀਆਂ, ਮੈਡਲਾਂ ਤੇ ਰਿਬਨਾਂ ਨਾਲ ਵੇਖੇ ਗਏ ਨੇ। ਕੁਝ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਇਹ ਦਾਅਵਾ ਕੀਤਾ ਕਿ ਕਿਸਾਨ 26 ਜਨਵਰੀ ਗਣਤੰਤਰ ਦਿਵਸ ਦੇ ਉੱਤੇ ਆਪਣੀ ਟਰੈਕਟਰ ਪਰੇਡ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ ਕੱਢਣਗੇ। ਮੰਨਿਆ ਜਾਂਦਾ ਕਿ ਜੇ ਕਿਸਾਨ ਆਪਣੀ ਟਰੈਕਟਰ ਪਰੇਡ ਕੱਢਦੇ ਨੇ ਤਾਂ ਅੰਦੋਲਨ ਦੇ ਵਿੱਚ ਸਾਬਕਾ ਫੌਜੀ ਆਪਣੀ ਵਰਦੀ ਤੇ ਮੈਡਲ ਪਹਿਨ ਕੇ ਆ ਸਕਦੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਐਡਵਾਈਜ਼ਰੀ ਆਪਣੀ ਥਾਂ ਦੇ ਉੱਤੇ, ਪਰ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਇਹ ਕੋਈ ਰਾਜਨੀਤਿਕ ਰੈਲੀ ਨਹੀਂ ਹੈ। ਇਹ ਅਸਲ ਦੇ ਵਿੱਚ ਹੱਕ ਲੈਣ ਦੇ ਲਈ ਜੰਗ ਹੈ ਤੇ ਇਹ ਉਸ ਵਕਤ ਜੰਗ ਹੋ ਰਹੀ ਹੈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਚੀਨ ਦੇ ਫੌਜੀ 4 ਕਿਲੋਮੀਟਰ ਤੱਕ, 4.5 ਕਿਲੋਮੀਟਰ ਤੱਕ ਭਾਰਤ ਦੇ ਵੱਲ ਆ ਗਏ ਤੇ ਆਪਣਾ ਪਿੰਡ ਵਸਾ ਕੇ ਬਹਿ ਗਏ ਆ। ਮੇਰੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਕਿ NIA ਨੂੰ ਇਹ ਤਾਂ ਪਤਾ ਲੱਗੀ ਜਾਂਦਾ ਕਿ ਕਿਹਨੂੰ ਪੈਸੇ ਆ ਰਹੇ ਆ ਤੇ ਅਸੀਂ ਨੋਟਿਸ ਕਿਹਨੂੰ ਭੇਜਣਾ। ਉਹਨਾਂ ਨੂੰ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਸਿੰਘ ਵੀ ਚਿੱਤੇ ਆ ਰਿਹਾ, ਉਹਨਾਂ ਨੂੰ ਖਾਲਸਾ ਏਡ ਵੀ ਚਿੱਤੇ ਆ ਰਹੀ ਹੈ, ਉਹਨਾਂ ਨੂੰ ਕਈ ਪੱਤਰਕਾਰ ਵੀ ਚਿੱਤੇ ਆ ਰਹੇ ਆ, ਕਈ ਟਰਾਂਸਪੋਰਟਰ ਵੀ ਚਿੱਤੇ ਆ ਰਹੇ ਆ, ਕਈ ਗੱਡੀਆਂ ਦੇ ਵਿੱਚ ਤੇਲ ਪਾਉਣ ਵਾਲੇ ਵੀ ਚਿੱਤੇ ਆ ਰਹੇ ਆ। ਸਭ ਨੂੰ ਨੋਟਿਸ ਭੇਜੇ ਜਾ ਰਹੇ ਆ। ਜੇਕਰ ਸਾਡੀ ਭਾਰਤੀ ਏਜੰਸੀਆਂ ਦੀ ਹਾਲਤ ਇਹੋ ਜਿਹੀ ਹੈ ਕਿ ਕਿਸਾਨ ਅੰਦੋਲਨ ਦੇ ਵੱਲ ਤਾਂ ਤਿੱਖੀ ਨਜ਼ਰ ਹੈ, ਪਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਚੀਨੀ ਫੌਜੀ ਕੀ ਕਰ ਰਹੇ ਆ ਇਹਦੇ ਵੱਲ ਖਿਆਲ ਨਹੀਂ, ਤਾਂ ਇਹਦੇ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਏਜੰਸੀਆਂ ਆਪਣਾ ਮੂਲ ਪਛਾਣਨ ਤੇ ਲੋੜ ਇਸ ਗੱਲ ਦੀ ਵੀ ਹੈ ਕਿ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਿਹਾ ਜਾਵੇ। ਸੋ ਜਿਹੜੀ ਦੂਜੀ ਗੱਲ ਹੈ ਉਹ ਫੌਜੀਆਂ ਦੇ ਮੁਤਲਕ ਕਿ ਉਹ ਇਸ ਵਕਤ ਵਰਦੀ ਨਹੀਂ ਪਹਿਨ ਸਕਦੇ, ਉਹ ਰਿਬਨ ਨਹੀਂ ਪਹਿਨ ਸਕਦੇ, ਉਹ ਮੈਡਲ ਨਹੀਂ ਲਾ ਸਕਦੇ। ਅਸਲ ਦੇ ਵਿੱਚ ਗੱਲ ਇਹ ਹੈ ਕਿ ਉਹਨਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਬਹੁਤ ਦਿੱਤੀਆਂ। ਉਹ ਮਾਣ ਕਰਦੇ ਇਸ ਵਰਦੀ ਦੇ ਉੱਤੇ ਤੇ ਮਾਣ ਹੈ ਇਹਨਾਂ ਮੈਡਲਾਂ ਦੇ ਉੱਤੇ ਜਿਹੜੇ ਕਿ ਕੁਰਬਾਨੀਆਂ ਦੇਣ ਦੇ ਬਦਲੇ ਮਿਲੇ ਆ। ਜਦੋਂ ਮੈਡਲ ਉਹਨਾਂ ਦੇ ਆ, ਕੁਰਬਾਨੀਆਂ ਉਹਨਾਂ ਦੀਆਂ, ਦੇਣ ਉਹਨਾਂ ਦੀ ਆ, ਤਾਂ ਫਿਰ ਉਹ ਕਿਤੇ ਵੀ ਪਹਿਨ ਕੇ ਜਾ ਸਕਦੇ। ਇਹ ਉਹਨਾਂ ਦਾ ਕਹਿਣਾ, ਇਹ ਸਾਡਾ ਕਹਿਣਾ ਨਹੀਂ ਆ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਕਤ ਡਰ ਕਈ ਪਾਸਿਓਂ ਕਈਆਂ ਨੂੰ ਪਿਆ ਹੋਇਆ। ਡਰ ਇਸ ਗੱਲ ਦਾ ਵੀ ਪਿਆ ਹੋਇਆ ਵੀ ਜੇਕਰ ਸਾਬਕਾ ਫੌਜੀ ਵਰਦੀਆਂ ਪਹਿਨ ਕੇ ਮੈਡਲ ਲਾ ਕੇ ਤੇ ਪਹੁੰਚ ਗਏ ਇਸ ਪਰੇਡ ਦੇ ਵਿੱਚ ਟਰੈਕਟਰਾਂ ਦੇ ਉੱਤੇ ਕਿਸਾਨਾਂ ਦੇ ਨਾਲ, ਤਾਂ ਫਿਰ ਹੋਰ ਵੀ ਛਿੱਥੇ ਪੈਣਾ ਪੈ ਜਾਊਗਾ ਕੇਂਦਰ ਦੀ ਸਰਕਾਰ ਨੂੰ। ਤੇ ਇੱਕ ਹੋਰ ਕਮਾਲ ਦੀ ਗੱਲ ਇਹ ਹੈ ਵੀ 15 ਕਾਂ ਮਰੇ ਹੋਏ ਮਿਲੇ ਆ ਲਾਲ ਕਿਲੇ ਦੇ ਵਿੱਚ।
ਇਹਦੇ ਕਰਕੇ ਲਾਲ ਕਿਲ੍ਹਾ 26 ਜਨਵਰੀ ਤੱਕ ਦੇ ਲਈ ਬੰਦ ਕਰ ਦਿੱਤਾ ਗਿਆ ਆਮ ਲੋਕਾਂ ਦੇ ਲਈ। ਕਹਿੰਦੇ ਆ ਵੀ ਬਰਡ ਫਲੂ ਦਾ ਖਤਰਾ ਬਹੁਤ ਹੈ ਤੇ ਇਸੇ ਕਰਕੇ ਜੋ ਡਾਕਟਰੀ ਮਾਹਰਾਂ ਦੀਆਂ ਟੀਮਾਂ ਤੇ ਜਿਹੜੇ ਹੋਰ ਅਧਿਕਾਰੀ ਆ ਉਹਨਾਂ ਨੇ ਕਿਹਾ ਵੀ ਆਪਾਂ ਨਹੀਂ ਚਾਹੁੰਦੇ ਵੀ ਲੋਕਾਂ ਦਾ ਨੁਕਸਾਨ ਹੋਵੇ, ਇਸ ਕਰਕੇ ਭਾਈ ਲਾਲ ਕਿਲ੍ਹੇ ਨੂੰ ਤਾਲਾ ਜੜ ਦਿਓ। ਲਾਲ ਕਿਲ੍ਹਾ ਲੋਕਾਂ ਦੇ ਵਾਸਤੇ 26 ਜਨਵਰੀ ਤੋਂ ਬਾਅਦ ਖੋਲਾਂਗੇ। ਇਹ ਸੱਚੀ ਮੁੱਚੀ ਮਰੇ ਹੋਏ ਕਾਵਾਂ ਦੀ ਗੱਲ ਹੀ ਹੈ ਜਾਂ ਕੋਈ ਹੋਰ ਡਰ ਸਤਾ ਰਿਹਾ, ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ। ਪਰ ਕਿਸਾਨ ਪਹਿਲਾਂ ਹੀ ਕਹਿ ਚੁੱਕੇ ਆ ਕਿ ਸਾਡਾ ਲਾਲ ਕਿਲ੍ਹੇ ਦੇ ਵੱਲ ਜਾਣ ਦਾ ਕੋਈ ਪ੍ਰੋਗਰਾਮ ਨਹੀਂ, ਅਸੀਂ ਕੋਈ ਉੱਥੇ ਝੰਡਾ ਲਹਿਰਾਉਣ ਨਹੀਂ ਚੱਲੇ, ਅਸੀਂ ਕੋਈ ਪਾਰਲੀਮੈਂਟ ਦਾ ਘਿਰਾਓ ਨਹੀਂ ਕਰਨਾ। ਸਾਡਾ ਮਕਸਦ ਸਿਰਫ ਤੇ ਸਿਰਫ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪਰੇਡ ਕਰਨਾ ਤੇ ਅਸੀਂ ਇੱਕ ਇਤਿਹਾਸ ਬਣਾਉਣਾ ਚਾਹੁੰਦੇ ਆ। ਇਤਿਹਾਸ ਦੇ ਵਿੱਚ ਦਰਜ ਕਰਨੀ ਚਾਹੁੰਦੇ ਇਹ ਗੱਲ ਵੀ ਟਰੈਕਟਰ ਪਰੇਡ ਐਦਾਂ ਵੀ ਹੁੰਦੀ ਆ, ਗਣਤੰਤਰ ਦਿਵਸ ਸਾਡਾ ਵੀ ਹੁੰਦਾ, ਤਿਰੰਗਾ ਸਾਡਾ ਵੀ ਹੈਗਾ ਤੇ ਮਾਣ ਸਾਨੂੰ ਵੀ ਇਸ ਤਿਰੰਗੇ ਦੇ ਉੱਤੇ ਹੈ, ਇਸ ਰਾਜਧਾਨੀ ਦੇ ਉੱਤੇ ਹੈ। ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।